वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां इकागर करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है। प्रसंग है मक्के दी साखी दा। पूरब दिशा दे विच विचरदियां भाई मरदाना जी ने संकल्प उठाया कि बाबा जन्म तो लैके मैं मक्के दी मदीने दी बड़ी सिफत सुनी है कि मैनू तुसी मक्का काबा विखा सकते हो। सतगुरु कहन लगे मरदानिया बड़ी दूर है, सालां बद्धी समा राह विच लग जाएगा। भाई मरदाना जी कहन लगे बाबा मैनू क्यों भुलावा पाउने हो। प्रभ जी कीजै नहीं बुलाओ, तह देखन को बहु मम चाओ। नहीं वल ना पाओ, सतगुरु कृपा करो मैनू दर्शन करा दिओ। फिर सतगुरु जी उथों पश्चिम वाल आउंदे ने, मुल्तान पहुंचे ने। इथों का जिहड़ा वड्डा पीर सी एक जन्म साखियां दे विचों शब्द सानू मिलता है पीरी पुर मुल्तान। मुल्तान वड्डे वड्डे जिहड़े धर्मी मुसलमान सी उन्हां दा शहर सी। जिवें आपां कह दईए भी उत्थे सारे संत महापुरुष रहिंदे सी। इस्लाम दे मुताबक जिहड़ा उन्हां दे विचों सारे संतां चों पीरां चों वड्डा पीर सी, उहदा नाम सी बहावल दीन।
ਉਹਨੇ ਆ ਕੇ ਸਤਿਗੁਰਾਂ ਨੂੰ ਪੁੱਛਿਆ, ਤਰਕ ਸੰਗ ਤਿਨ ਬਚਨ ਪ੍ਰਕਾਸ਼ਾ, ਇਹ ਕਿਤਾਬ ਜੋ ਤੇਰੇ ਪਾਸਾ, ਇਹ ਤੋਂ ਪੜਨ ਜਾਣਤ ਕਹਿ ਨਾਹੀ, ਦੇਹੋ ਮਾਇਨਾ ਜੋ ਇਸ ਮਾਹੀ। ਆਖਿਆ ਕਿ ਭਾਈ ਤੇਰੇ ਕੋਲ ਜਿਹੜੀ ਕਿਤਾਬ ਹੈ ਕੀ ਤੈਨੂੰ ਪੜ੍ਹਨੀ ਆਉਂਦੀ ਹੈ? ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਪਰ ਸਾਨੂੰ ਸਾਰਿਆਂ ਨੂੰ ਪੜ੍ਹਨਾ ਨਹੀਂ ਆਉਂਦਾ। ਤਕਰੀਬਨ ਹਰ ਸਿੱਖ ਦੇ ਘਰ ਵਿੱਚ ਗੁਰਬਾਣੀ ਦਾ ਗੁਟਕਾ ਹੈ, ਪਰ ਉਹ ਸਿਰਫ ਅਗਰਬੱਤੀ ਧੂਪ ਬੱਤੀ ਦੇਣ ਵਾਸਤੇ ਰੱਖਿਆ ਹੋਇਆ ਹੈ। ਜਾਂ ਸਵੇਰੇ ਉੱਠੇ ਤੇ ਮੱਥਾ ਟੇਕਦਾ, ਪੜ੍ਹਨਾ ਨਹੀਂ ਆਉਂਦਾ। ਗੱਲ ਤੇ ਉਹਦੀ ਠੀਕ ਸੀ ਕਿ ਭਾਈ ਤੂੰ ਹੱਜ ਕਰਨ ਚੱਲਿਆ ਹੈ, ਤੇਰੇ ਕੋਲ ਕਿਤਾਬ ਹੈ, ਤੂੰ ਪੜ੍ਹ ਸਕਦਾ। ਜੇ ਪੜ੍ਹਨਾ ਆਉਂਦਾ ਤੇ ਇਹਦੇ ਤੈਨੂੰ ਮਾਇਨੇ ਆਉਂਦੇ ਨੇ, ਅਰਥ ਆਉਂਦੇ ਨੇ। ਸੁਨ ਕਰ ਸ਼੍ਰੀ ਗੁਰ ਬਚਨ ਉਚਾਰਾ, ਪੜਨ ਕਿਤਾਬਨ ਤੀਨ ਪ੍ਰਕਾਰਾ। ਸਤਿਗੁਰੂ ਕਹਿੰਦੇ ਭਾਈ ਪੜ੍ਹਨਾ ਵੀ ਤਿੰਨ ਕਿਸਮ ਦਾ ਹੁੰਦਾ ਹੈ। ਵੇਖੋ, ਜੇ ਆਪਾਂ ਇਹਨੂੰ ਕਿਤੇ ਦੁਨੀਆਦਾਰੀ ਦੀ ਨਜ਼ਰ ਵਿੱਚ ਵੇਖੀਏ ਤੇ ਸਤਿਗੁਰੂ ਜੀ ਕਿਤਨੇ ਪ੍ਰਵੀਨ ਨੇ, ਕਿਤਨੇ ਸੁਗੜ ਸੁਜਾਨ ਨੇ। ਜਦੋਂ ਅਸੀਂ ਉਹ ਸ਼ਬਦ ਪੜ੍ਹਦੇ ਹਾਂ ਨਾ ਕਿ ਤੂੰ ਹੀ ਸੁਗੜ ਸੁਜਾਨੀ, ਤੂੰ ਸੱਚਮੁੱਚ ਗੁਰੂ ਨਾਨਕ ਹੀ ਹੈ ਭਾਈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਪੀਰ ਜੀ ਪੜ੍ਹਨਾ ਤਿੰਨ ਕਿਸਮ ਦਾ ਹੁੰਦਾ। ਇੱਕ ਉਸਤਖਾਨ, ਇੱਕ ਗੋਸ਼ਤ, ਇੱਕ ਮਗਜ ਹੈ। ਦਾਸ ਨੇ ਕੱਲ੍ਹ ਵੀ ਬੇਨਤੀ ਕੀਤੀ ਸੀ ਵੀ ਇਹ ਤੇ ਇਵੇਂ ਹੀ ਹੈ ਵੀ ਕਿਸੇ ਨੇ ਖਰਬੂਜਾ ਖਾ ਲਿਆ, ਕਿਸੇ ਨੇ ਖਰਬੂਜੇ ਦੇ ਬੀਜ ਸੰਭਾਲ ਲਏ ਤੇ ਕਿਸੇ ਨੇ ਉਹ ਬੀਜ ਸੁਕਾ ਕੇ ਉਹਦੇ ਵਿੱਚੋਂ ਵੀ ਮਗਜ ਕੱਢ ਲਏ, ਹੋਰ ਵੀ ਗੁਣਕਾਰੀ ਹੋ ਗਏ। ਸਤਿਗੁਰੂ ਕਹਿਣ ਲੱਗੇ, ਇੱਕ ਲੋਕ ਕਿਤਾਬ ਪੜ੍ਹਦੇ ਨੇ ਹੁਜਤ ਕਰਨ ਵਾਸਤੇ, ਇੱਕ ਲੋਕ ਕਿਤਾਬ ਪੜ੍ਹਦੇ ਨੇ ਹੁਜਤ ਕਰਨ ਵਾਸਤੇ। ਤੁਸੀਂ ਵੇਖਿਆ ਹੋਣਾ ਬੜੇ ਸਾਰੇ ਲੋਕ ਗੁਰਬਾਣੀ ਦੀਆਂ ਸਿੱਠਣੀਆਂ ਦੇਈ ਜਾਂਦੇ ਨੇ, ਗੁਰਬਾਣੀ ਦੇ ਤਾਨੇ ਮਿਹਣੇ ਮਾਰੀ ਜਾਂਦੇ ਨੇ। ਪਰ ਇਹ ਗੱਲ ਅੱਜ ਵੀ ਮੇਰੇ ਕੰਨਾਂ ਵਿੱਚ ਹੈ। ਖਰੜ ਇੱਕ ਆਦਮੀ ਦਾ ਐਕਸੀਡੈਂਟ ਹੋਇਆ ਜਾਂ ਕੀ ਹੋਇਆ ਮੈਨੂੰ ਨਹੀਂ ਪਤਾ। ਅਸੀਂ ਮਹਾਰਾਜ ਦੀ ਹਜ਼ੂਰੀ ਵਿੱਚ ਕਿਸੇ ਦੇ ਘਰ ਪਾਠ ਦਾ ਭੋਗ ਸੀ, ਕੀਰਤਨ ਸੀ, ਉੱਥੇ ਬੈਠੇ ਆ ਤੇ ਮੈਂ ਉਹਨੂੰ ਪੁੱਛ ਬੈਠਾ ਸੱਜਣ ਨੂੰ, ਮੈਂ ਕਿਹਾ ਭਾਈ ਤੈਨੂੰ ਕੀ ਹੋਇਆ, ਤੇਰਾ ਤੇ ਸਾਰਾ ਰੂਪ ਹੀ ਵਿਗੜ ਗਿਆ। ਤੇ ਲਾਗੇ ਇੱਕ ਬੈਠਾ ਸੀ, ਉਹਨੇ ਸ਼ਲੋਕ ਪੜ੍ਹਤਾ, ਕਹਿੰਦਾ ਸੰਤ ਕਾ ਦੋਖੀ ਵਿਗੜ ਰੂਪ ਹੋਏ ਜਾਏ। ਹੁਣ ਇਹ ਹੈ ਬਾਣੀ ਦਾ ਮਿਸਯੂਜ਼ ਕਰਨਾ। ਹੁਣ ਬੰਦਾ ਪੁੱਛੇ ਵੀ ਕਿਹੜੇ ਸੰਤ ਦਾ ਦੁਖੀ ਸੀ ਤੇ ਇਹਦਾ ਵਿਗੜ ਰੂਪ ਹੋ ਗਿਆ। ਅੱਜ ਸਾਡੇ ਵਿੱਚ ਬੜੇ ਸਾਰੇ ਲੋਕ ਐਸੇ ਨੇ ਕਿ ਜੇ ਕਿਸੇ ਦੇ ਬੱਚੇ ਨੂੰ ਕੋਈ ਦੁੱਖ ਹੋਵੇ ਤੇ ਉਹ ਉਹਦੇ ਬਾਪ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਨੇ। ਬੱਚੇ ਦੇ ਆਪਣੇ ਕਰਮ ਨੇ, ਬਾਪ ਦੇ ਆਪਣੇ ਕਰਮ ਨੇ। ਸਾਡਾ ਜਿਹੜਾ ਧਰਮ ਹੈ, ਇਸ ਧਰਮ ਦੀ ਜਿਹੜੀ ਜਿਊਰੀ ਹੈ, ਜਸਟਿਸ ਹੈ, ਉਹ ਬਿਲਕੁਲ ਵੱਖਰੀ ਹੈ। ਇੱਥੇ ਕਰਮੀ ਆਪੋ ਆਪਣੀ, ਕਰੋ ਕਿਰਪਾ, ਕਰਮੀ ਆਪੋ ਆਪਣੀ। ਮੇਰੇ ਕਰਮਾਂ ਦੀ ਦੋਸ਼ੀ ਮੇਰੀ ਘਰਵਾਲੀ ਨਹੀਂ ਹੈ। ਮੈਂ ਝੂਠ ਬੋਲਦਾ, ਮੈਂ ਬੇਈਮਾਨੀ ਕਰਦਾ ਤੇ ਉਹਦਾ ਮੈਂ ਜ਼ਿੰਮੇਵਾਰ ਹਾਂ, ਮੇਰੀ ਪਤਨੀ ਨਹੀਂ ਹੈ। ਤੁਸੀਂ ਵੇਖਿਆ ਪਾਕਿਸਤਾਨ ਵਿੱਚ ਲਦੇਣ ਮਾਰਿਆ ਗਿਆ, ਆਪਾਂ ਸਾਰਿਆਂ ਨੇ ਸੁਣਿਆ ਵੇਖਿਆ, ਪਰ ਉਹਦੀ ਇੱਕ ਵੀ ਘਰਵਾਲੀ ਨਹੀਂ ਉੱਥੇ ਮਾਰੀ ਗਈ। ਸਾਰੀਆਂ ਨੂੰ ਜਹਾਜ਼ ਤੇ ਚੜਾ ਕੇ ਪਾਕਿਸਤਾਨ ਵਾਲੇ ਜਿਹੜੇ ਸੀ
जिथे उन्होंने कहा वो उत्थे उन्होंने छड्ड आए, वो बच्चों भी छड्ड आए। नहीं तो चाहिए तो यह सी भी पापी नूं भी मारो तो पापी की माँ नूं भी मारो। साडी थ्योरी तो यह है, धर्म की थ्योरी ये नहीं है। और जिस युग दे विच असीं रहने आ, इस युग की खूबसूरती है। सानू तो किसी ने दस्सिया नहीं भी कल युग चंगा किन्ना है। सानू तो एको पाठ पढ़ा दिता है भी कल युग है जी माड़ा है जी, कल युग है जी माड़ा है जी। ये इन्ना माड़ा है कि तुहानू हज़ारां मील बैठे अपने सज्जन की आमने सामने गल करा दिंदा, इन्ना माड़ा है। तुहाडी वीडियो कॉन्फ्रेंस हो जाती है इस युग करके, ये किसी युग च नहीं सी हुंदी। इन्ना माड़ा है। 10-15-20 घंटिया में तुसी दुनिया के किसी भी कोने च जा सकते हो। ये इन्ना युग माड़ा है। अज दे युग च रब लै जाए डॉक्टरों कोलों बंदे नूं तां लै जाए, नहीं तो डॉक्टर बंदे नूं मरन नहीं देंदे। एडा युग माड़ा है। एवें अनपढ़ता साडे विच कल युग है जी, कल युग है जी, कल युग है जी। जिस गुरु दे हजूर बैठे हो, सतगुरु कहते ने सतयुग। ये पंक्ति लिखनी तो लिख लो। सतयुग, द्वापर, त्रेता भणी है, कलयुग ऊतमो जुगा माहे। ये चारां युगां चों सब तो वधिया युग है। ऐ कर करे सो ऐ कर पाए, कोई ना पकड़िए किसी थाए। ये युग ये है, जिस हाथ नाल पाप करोगे उही हाथ वड्डिया जाएगा, दूजा हाथ नहीं वड्डिया जाएगा। ये ऐसा युग नहीं है कि पाप मैं करा तो सजा धरती नूं भुगतनी पवे। ऐसे युग होए ने। कल युग विच ऐसा नहीं हुंदा। ईवन इत्थों तक कि मैनू भी मेरे कर्मां की सजा मिलनी, उस तो वध घट भी नहीं मिलनी। तुसीं अज कोर्ट कचहरी का सिस्टम वेखिया है ना, जिवें जिवें धारा लगदियां जांदियां ने सजा वधदी जाती, जिवें जिवें धारा इनकुआरी दे विच निकलदियां जांदियां ने उवें उवें सजा घटदी जाती है। फिर भी कही जाने जी कल युग माड़ा है जी। कल युग माड़ा नहीं है। अब कल्लू आयो रे, एक नाम बोवो बोवो, आन रुत नाही नाही, मत भरम भूलो भूलो। हाँ ये जरूर समझ लो कि कल युग है। इत्थे नाम की महिमा है। इत्थे धागियां नूं, तवीतां नूं, लाचियां नूं, लौंगां नूं, वरतां नूं कोई थां नहीं है। मता कोई आदमी तप करके कवे जी मैं वड्डा ना, बिल्कुल नहीं। तप नूं कोई थां नहीं है सिक्खी विच। अज बड़े सनातन परिवार के लोग जिन्हां दे मूँह तो मैं सुने है कि अज अहोई माता का वरत है। तो सतगुरु की बाणी का फैसला की है, कबीर हर का सिमरन छाड़ के, कबीर हर का सिमरन छाड़ के अहोई राखै नार। अगर तुसी ये व्रत रखोगे तो गदही होए के अवतर है, भार सहे मन चार। अगली जूनी खोते की भोगनी पवेगी तो चार मन भार भी ढोना पएगा। खोते नूं कौन माफ़ करदा? जिहड़ा खोते नूं पट्ठे पाएगा वो तो पलाना भी पाएगा, वो तो खोते ते भार भी ढोएगा। खोते नूं फुफड़ बना के ते घर च कोई नहीं नवाए धोएगा, रोटी खुआएगा। सुनिया है ना, कहते फुफड़ किनू कहते ने? कहते रिटायर्ड जीजे नूं फुफड़ कहते ने। जिहड़ा रिटायर्ड जीजा होवे ना उन्होंने फुफड़ कहते हैं। भी किसी वेले घर का जीजा सी, जवाई भाई सी, तो जो उन्होंने कोई ना पूछे तो उदों उस घर दे विच फुफड़ बन के रह जाता है। भी ठीक है थोड़ी बहुती उन्होंने दाल प्रशादा विचारे नूं मिलदा है, पर हुण वो अगे वाली गल कोई नहीं भी चिट्टियां चादरां विछाउणगे जवाई भाई आया है। अगली जूनी खोते की भुगतनी पवेगी। गदही होए के अवतर है, भार सहे मन चार। चार मन भार भी ढोना पवेगा।
जिदन सानू सोझी आ गई गुरबाणी दी असी वर्त नहीं रखांगे। वर्त रखना है ना तो झूठ बोलने का रखो, वर्ती रखना है तो हेरा फेरी का रखो, वर्त रखना है तो वध खाण का रखो कि नहीं खाना। ना खाना धर्म नहीं है, घट खाना धर्म है। ना बोलना धर्म नहीं है, घट बोलना धर्म है। देखो धर्म समझाता की है सानू, धर्म की बड़ी सादी जिंदगी है। और सिख धर्म का तो सब तो बड़ा गुण ही ये है कि इहदे विच कोई उलझन नहीं है। ये ताने पेटे वांगू उलझाया होया धर्म नहीं है कि अद्धे धागे एनू कढ़ते अद्धे दूजे बने नू कढ़ दिते ना, बिल्कुल सीधा धर्म है। इत्थे इको ही हुक्म है कि सर्ब धर्म में श्रेष्ठ धर्म हर को नाम जप निर्मल करो। अब कल्लू आयो रे एक नाम बोवो बोवो आन रुत नाही नाही मत भरम भूलो भूलो। मत भुलेखे विच पैना कि बाणी पढ़न तो इलावा ये कर लीए जी, वो कर लीए जी। करो जो मर्जी करो, जिन्ने मर्जी पखंड करो भाई, तुहाडी जिंदगी है। देखो ना एक आदमी कहता जी मैं तो सुसाइड ही करना है, दसो दा कोई आपां की कर सकते हैं। पर जे जिंदगी जिउनी चाहुंदे हैं, जे जिंदगी का आनंद मानना चाहुंदे हैं तो सानू सिख बन जाना चाहिए। इत्थे कोई वहम नहीं है, कोई भरम नहीं है। सच्चे बादशाह ने दसिया पीर जी पोथी नूं पढ़न दे 3 तरीके ने। एक खुजता करनिया, लोकां नूं ताने मेहने देने। एक पोथी पढ़नी सिर्फ अपनी पूजा वास्ते। कई लोग ऐसे ने मेरे वर्गे, वो सिर्फ पाठ करन लगे ही बाणी पढ़ते हैं क्योंकि उदों पैसे मिलते हैं। अगों पिछों पूछो भी तू पाठ करदा है, कोई नहीं करते। ऐसे भी लोग ने मेरे को आते ने पाठी लगन, पाठ कर लेना जी। किन्ने अंग कर लेना, जिन्हें पाठी कर सकता जी कर लेना जी। जपजी साहब आउंदा है, नहीं आउंदा क्यों? क्योंकि उन्हें कदे अपने लिए तो किया ही नहीं। वो तो रौल लाउंदा है क्योंकि रौल के पैसे मिलते हैं। एक ये भी तरीका है कि तुसी बाणी जब पोथी पढ़ते हो, ग्रंथ पढ़ते हो तो सिर्फ अपनी उदर पूर्ति वास्ते, अपनी उजरत वास्ते, कमाई वास्ते। तीसरा पोथी पढ़ना है कि तुसी ज्ञान लेना चाहुंदे हो, धर्म के गुण ग्रहण करना चाहुंदे हो, तुसी अपने जीवन नूं सवारना चाहुंदे हो। ये सारे उपदेश सतगुरु पिता महाराज ने दिते ने। हाँ जी। तब श्री गुर ने बचन बखाना खफनी जानो खफन समाना। फिर वो जेड़ा बहावदीन जेड़ा पीर सी वो सतगुरु जी नूं पुछण लगा, सुन सो कहें कुलें सिर धारी के कारण मुख करो उचारी। तब बोले बेदी कुल केता कुलें धरन को समझो हेता। कहन लगा जी तुसी कुल्हे वाली पग क्यों बधी है, तुसा ने खफनी क्यों पाई हुई है, तुसी इदां दे कपड़े क्यों पाए हुए ने। सतगुरु जी ने उपदेश दिता, कहन लगे सुन। तब श्री गुर ने बचन बखाना खफनी जानो खफन समाना। कहन लगे मेरी खफनी केवल एक कपड़ा नहीं है। अजकल तो हैरानी होंदी है, मैं तो कई बारी बेनती की भी जिन्नी क पेंट पा के बच्चे अज गुरुद्वारे आउंदे ने ना, साडी इन्नी पेंट पाटी हुंदी सी तो असीं घरों बाहर नहीं सी निकलदे हुंदे। शर्म नाल ही मर जांदा सी बंदा भी पेंट मेरी पाटी है तो मैं बाजार च जावां भला। माँ ने टाकी ला देनी भी जा स्कूल चले जा, तो टाकी अद्धी अद्धी छुट्टी तक न्याणे पुट देंदे हुंदे सी, पेंट फिर पाटी दी पाटी।
ਹੁਣ ਇਹ ਤੇ ਸਮਾਂ ਹੀ ਇਦਾਂ ਦਾ ਆ ਗਿਆ ਨਾ ਵੀ ਮਤਲਬ ਪਤਾ ਹੀ ਕੋਈ ਨਹੀਂ ਕੀ ਪਾਈ ਜਾਂਦੇ ਹੋ, ਜਿਹਨੂੰ ਪਾ ਲਓ ਇਹ ਕੀ ਹੈ ਜੀ, ਕਹਿੰਦੇ ਜੀ ਫੈਸ਼ਨ ਹੈ ਜੀ। ਉਹ ਮਾਰਵਾੜੀਆਂ ਦੀ ਧੋਤੀ ਸਾਡੇ ਪੰਜਾਬੀਆਂ ਦੇ ਵਿੱਚ ਮਜ਼ਾਕ ਹੁੰਦਾ ਸੀ, ਤੇ ਹੁਣ ਇੱਥੇ ਭੈਣਾਂ ਰੋਜ਼ ਪਾ ਕੇ ਆਉਂਦੀਆਂ ਨੇ। ਅੱਜ ਹਰ ਵਿਆਹ ਵਾਲੇ ਮੁੰਡੇ ਨੇ ਧੋਤੀ ਪਾਈ ਹੁੰਦੀ, ਉਹ ਮਾਰਵਾੜੀ। ਉਹ ਕੱਪੜੇ ਉੱਦਾਂ ਦੇ ਸਿਰਨ ਲੱਗ ਗਏ ਧੋਤੀਆਂ ਵਰਗੇ। ਮੁਸਲਮਾਨਾਂ ਵਾਲੇ ਕੱਪੜੇ, ਮਾਰਵਾੜੀਆਂ ਵਾਲੇ ਕੱਪੜੇ। ਵੇਖੋ ਸਾਡਾ ਪੰਜਾਬੀ ਪਹਿਰਾਵੇ ਦੀ ਇੱਕ ਆਪਣੀ ਅਮੀਰੀ ਹੈ, ਇੱਕ ਆਪਣਾ ਸੁਹਜ ਹੈ। ਮੈਂ ਕਿਸੇ ਪਹਿਰਾਵੇ ਦੀ ਨਿੰਦਿਆ ਨਹੀਂ ਕਰਦਾ। ਮਾਰਵਾੜੀਆਂ ਨੂੰ ਮੁਬਾਰਕ, ਉਹਨਾਂ ਦੀ ਧੋਤੀ, ਉਹਨਾਂ ਦਾ ਡਰੈਸ ਕੋਡ ਹੈ, ਅਸੀਂ ਕਿਉਂ ਕਹੀਏ? ਪਰ ਸਾਡੇ ਪੰਜਾਬੀ ਨਹੀਂ ਸੀ ਪਾਉਂਦੇ ਹੁੰਦੇ। ਸਾਡੇ 'ਚ ਸਾੜੀ ਨਹੀਂ ਸੀ, ਸਾਡੇ ਵਿੱਚ ਬਲਾਊਜ ਨਹੀਂ ਸੀ, ਸਾਡੇ ਵਿੱਚ ਉੱਚੇ ਉੱਚੇ ਕੱਪੜੇ ਨਹੀਂ ਸਨ। ਸਾਡਾ ਪਹਿਰਾਵਾ ਜਿਹੜਾ ਸੀ ਉਹ ਸਾਡੀ ਸੰਸਕ੍ਰਿਤੀ ਦੇ ਅਨੁਸਾਰ ਬੜਾ ਅਮੀਰ ਸੀ, ਪਰਦੇ ਵਾਲਾ ਸਾਡਾ ਪਹਿਰਾਵਾ ਸੀ। ਸਤਿਗੁਰੂ ਜੀ ਕਹਿਣ ਲੱਗੇ ਮੈਂ ਖਫਣੀ ਪਾਈ ਹੈ, ਪਰ ਪੀਰ ਜੀ ਇਹ ਚੇਤਾ ਰੱਖਣਾ ਵੀ ਇਹ ਖਫਣੀ ਖਫਣ ਵਰਗੀ ਹੈ, ਇਹ ਮੁਰਦੇ ਨੂੰ ਪਾਇਆ ਜਾਂਦਾ ਹੈ। ਇਹ ਇਹੋ ਜਿਹੀ ਕੱਪੜੇ ਜਿਹੜੇ ਨੇ, ਜਿਹੜੇ ਮੈਂ ਪਾਏ ਨੇ, ਅਸਲ ਵਿੱਚ ਇਹ ਲੋਕ ਮੁਰਦੇ ਨੂੰ ਪਾਉਂਦੇ ਨੇ ਖਫਨ। ਤੇ ਉਹ ਮੁਰਦੇ ਵਾਲੇ ਕੱਪੜੇ ਦੇ ਬਰਾਬਰ ਕਹਿੰਦੇ ਇਹ ਮੇਰੀ ਖਫਣੀ ਮੰਨ। ਕਿਉਂਕਿ ਸਤਿਗੁਰੂ ਨੇ ਜਾਣਾ ਸੀ ਮੱਕੇ, ਤੇ ਬਾਬੇ ਨੇ ਕੀ ਕੀਤਾ? ਹਾਜੀਆਂ ਵਾਲਾ ਰੂਪ ਬਣਾ ਲਿਆ। ਇਸੇ ਕਰਕੇ ਕੁੱਲੇ ਵਾਲੀ ਪੱਗ ਬੱਧੀ ਸੀ। ਹਾਂਜੀ। ਮੁਰਦਾ ਹੋਏ ਸੋ ਖਫਨੀ ਪਾਵੇ, ਗੁਰੂ ਗੋਰ ਕੇ ਬੀਚ ਸਮਾਵੇ। ਇਹ ਤਾਂ ਕੋਈ ਮੁਰਦਾ ਹੀ ਪੀਰ ਜੀ ਪਾ ਸਕਦਾ ਹੈ। ਹਰ ਬੰਦਾ ਖਫਣੀ ਨਹੀਂ ਪਾ ਸਕਦਾ। ਹਰ ਬੰਦੇ ਦੇ ਵੱਸ ਵਿੱਚ ਨਹੀਂ ਹੈ। ਕਫਣੀ ਪਾਉਣੀ ਮੁਰਦੇ ਦੇ ਤੁੱਲ ਹੈ, ਤੇ ਕਫਨ ਪਾ ਕੇ ਹੀ ਕਬਰ ਵਿੱਚ ਆਪਣੇ ਆਪ ਨੂੰ ਦਫਨਾਇਆ ਜਾ ਸਕਦਾ। ਤੇ ਇੱਥੇ ਕਿੱਥੇ ਦਫਨਾਉਣਾ ਹੈ? ਗੁਰੂ ਦੀ ਗੋਰ ਵਿੱਚ, ਗੁਰੂ ਨਾਮੀ ਕਬਰ ਵਿੱਚ। ਕੋਈ ਖਫਣੀ ਪਾ ਕੇ ਹੀ ਆਪਣੇ ਆਪ ਨੂੰ ਗੁਰੂ ਦੇ ਵਿੱਚ ਸਮਾ ਸਕਦਾ ਹੈ। ਅੱਜ ਸਾਡੀ ਨਾ ਗੁਰਦੁਆਰੇ ਵਿੱਚ ਐਡਜਸਟਮੈਂਟ ਹੈ, ਗੁਰੂ ਨਾਲ ਤੇ ਹੋ ਹੀ ਨਹੀਂ ਸਕਦੀ। ਜਿਵੇਂ ਅਸੀਂ ਹਸਬੈਂਡ ਵਾਈਫ ਕਰਦੇ ਹਾਂ, ਬੱਚਿਆਂ ਨਾਲ ਅਸੀਂ ਅੱਜ ਕੱਲ੍ਹ ਐਡਜਸਟਮੈਂਟ ਹੀ ਹੈ, ਕੋਈ ਜ਼ਿੰਦਗੀ ਤਾਂ ਹੈ ਨਹੀਂ। ਪਰ ਥੋੜ੍ਹਾ ਜਿਹਾ ਲੈਣ ਦੇਣ ਹੈ ਵੀ ਤੂੰ ਮੇਰੀ ਇੰਨੀ ਕੁ ਇੱਜ਼ਤ ਕਰ ਦੇ, ਮੈਂ ਤੇਰੀ ਇੰਨੀ ਕਰ ਦਾਂਗਾ। ਉਹ ਗੱਲਾਂ ਕਹੀਆਂ ਆਈਆਂ ਵੀ ਪਤੀ ਭਗਵਾਨ ਹੁੰਦਾ ਹੈ ਜੀ, ਤੇ ਪਤਨੀ ਹੋਮ ਮਿਨਿਸਟਰ ਹੁੰਦੀ ਹੈ ਜੀ। ਉਹ ਸ਼ਬਦ ਹੀ ਮੇਰੇ ਖਿਆਲ ਮੁੱਕ ਜਾਣੇ ਨੇ ਹੋਰ ਥੋੜ੍ਹੇ ਦੇਰ ਤੱਕ। ਉਹ ਜਿਵੇਂ ਆਂਟੀ ਅੰਕਲ ਨੇ ਸਾਰਾ ਕਲਚਰ ਕਰਤਾ ਹੈ ਨਾ ਖਤਮ, ਨਾ ਪਤਾ ਲੱਗੇ ਮਾਸੀ ਕੌਣ ਹੈ, ਤੇ ਭੂਆ ਕੌਣ ਹੈ, ਤੇ ਮਾਮੀ ਕੌਣ ਹੈ। ਆਂਟੀ ਹੈ ਜੀ। ਹੁਣ ਉਹਨੂੰ ਡਿਫਾਈਨ ਕਰਨਾ ਖਤਮ ਹੋ ਗਿਆ। ਇਸੇ ਤਰ੍ਹਾਂ ਅੰਕਲ ਨਾ ਪਤਾ ਲੱਗਾ ਵੀ ਤਾਇਆ ਅੰਕਲ ਹੈ, ਕਿ ਚਾਚੇ ਵਾਲਾ ਅੰਕਲ ਹੈ, ਕਿ ਮਾਮੇ ਵਾਲਾ ਅੰਕਲ ਹੈ, ਕਿ ਫੁੱਫੜ ਵਾਲਾ ਅੰਕਲ ਹੈ। ਉਹ ਅੰਕਲ ਦੇ ਵਿੱਚ ਹੀ ਸਾਰੇ ਇੱਕੋ ਰੱਸੇ ਨਾਲ ਹੀ ਬੰਨ੍ਹ ਦਿੱਤੇ। ਇਸੇ ਤਰ੍ਹਾਂ ਅਗਲੇ ਸ਼ਬਦ ਵੀ ਮੁੱਕ ਜਾਣੇ ਨੇ। ਮੈਂ ਕਿਹਾ ਜੀ ਗੱਲ ਸੁਣਿਓ, ਇਹ ਭੋਗ ਹੀ ਪੈ ਜਾਣਾ ਹੈ। ਅਸੀਂ ਪੜ੍ਹੇ ਲਿਖਿਆ ਨੇ ਐਗਰੀਕਲਚਰ ਬਣਾਤਾ ਕਲਚਰ ਦਾ, ਕੁਤਰਾ ਕਤਰਾ ਕਰਕੇ ਪੱਠੇ ਪੁੱਠੇ ਬਣਾ ਕੇ ਮੱਝਾਂ ਨੂੰ ਪਾ ਦਿੱਤੇ ਨੇ, ਵੀ ਨਾ ਕੁਝ ਬਚੇਗਾ ਨਾ ਕੋਈ ਸਮਝੇਗਾ। ਸਤਿਗੁਰੂ ਪਿਤਾ ਮਹਾਰਾਜ ਕਹਿਣ ਲੱਗੇ ਮੁਰਦਾ ਹੋਏ ਸੋ ਖਫਣੀ ਪਾਏ। ਗੁਰੂ ਦੀ ਗੋਰ ਵਿੱਚ ਸਮਾਉਣ ਵਾਸਤੇ ਇਹ ਖਫਣੀ ਬੜੀ ਜ਼ਰੂਰੀ ਹੈ। ਮੁਰਦਾ ਹੋਏ ਮੁਰੀਦ, ਨਾ ਗੱਲੀ ਹੋਵਣ, ਸਬਰ ਸਿਦਕ ਸ਼ਹੀਦ, ਭਰਮ ਭਉ ਖੋਵਣਾ। ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ, ਖਾਣਾ ਸੋਵਣਾ। ਗੁਰਦੁਆਰੇ ਆਉਣ ਦਾ ਮਤਲਬ ਇਹ ਥੋੜ੍ਹਾ ਵੀ ਕੰਨਾਂ 'ਚ ਟੂਟੀਆਂ ਲਾਈਆਂ ਤੇ ਉਹ ਵਾਜੇ ਛਣਕਣੇ ਵੱਜਦੇ ਤੁਰੇ ਆਉਂਦੇ ਨੇ।
ਗੁਰਦੁਆਰੇ ਆਉਣ ਦਾ ਅਰਥ ਇਹ ਸੀਗਾ ਕਿ ਸਾਨੂੰ ਖੁਦ ਮਹਿਸੂਸ ਹੁੰਦਾ ਕਿ ਮੈਂ ਕਿਤੇ ਰੱਬ ਦੇ ਘਰ ਚੱਲਿਆ। ਇੱਥੇ ਤਾਂ ਕਈ ਵਾਰੀ ਵੇਖੀਦਾ ਮੱਥਾ ਟੇਕਦਿਆਂ ਵੀ ਗੱਲਾਂ ਕਰੀ ਜਾਂਦੇ ਨੇ, ਮੱਥਾ ਟੇਕ ਕੇ ਵੀ ਗੱਲਾਂ ਕਰੀ ਜਾਂਦੇ ਨੇ, ਗੱਲਾਂ ਕਰਦੇ ਕਰਦੇ ਉਹ ਬਾਹਰ ਨਿਕਲ ਜਾਂਦੇ ਨੇ। ਤੇ ਮੈਂ ਰੋਜ਼ ਬੇਨਤੀ ਕਰਦਾ, ਐਸੇ ਲੋਕਾਂ ਦਾ ਆਵਾਗਮਨ ਹੈ, ਧਰਮ ਕਰਮ ਨਹੀਂ ਹੈ, ਆਵਾਗਮਨ ਹੈ। ਵੀ ਠੀਕ ਹੈ, ਵਿਹਲੇ ਸੀ, ਬਾਜ਼ਾਰ 'ਚ ਗੇੜਾ ਦੇਤਾ ਜਾਂ ਗੁਰਦੁਆਰੇ 'ਚ ਗੇੜਾ ਦੇਤਾ, ਕੋਈ ਬਹੁਤਾ ਫਰਕ ਨਹੀਂ ਹੈਗਾ। ਉਹ ਤਾਂ ਆਈ ਗੇੜੀ ਦੇਣ ਆਏ ਸੀ, ਦੇਤੀ ਗੇੜੀ ਉਹਨਾਂ ਨੇ। ਗੁਰੂ ਦੀ ਗੌਰ ਵਿੱਚ ਸਮਾਉਣਾ ਹੈ। ਕੀ ਗੁਰਦੁਆਰੇ ਵਿੱਚ ਸਾਡੀ ਐਡਜਸਟਮੈਂਟ ਹੈ? ਪਰਿਵਾਰ ਵਿੱਚ ਕਰਦੇ ਹਨ ਕੁਛ ਨਾ ਕੁਛ ਲੈਣ ਦੇਣ ਗੁਰੂ ਦੇ ਨਾਲ ਤੇ ਸਾਡਾ ਹੋਣਾ ਚਾਹੀਦਾ ਹੈ ਨਾ। ਸਤਿਗੁਰੂ ਕਹਿਣ ਲੱਗੇ, ਪੀਰ ਜੀ ਇਹ ਖਫਣੀ ਖਫਣ ਦੇ ਤੁੱਲ ਹੈ। ਪਾਏਗਾ ਕੌਣ? ਜਿਹੜਾ ਮੁਰਦਾ ਹੋਏਗਾ। ਤੇ ਮੁਰਦਾ ਕੌਣ ਹੈ? ਜਿਹੜਾ ਗੁਰੂ ਦੀ ਗੌਰ ਵਿੱਚ ਸਮਾਏਗਾ। ਗੁਰੂ ਨਾਮੀ ਕਬਰ ਦੇ ਵਿੱਚ ਕੋਈ ਮੁਰਦਾ ਹੀ ਲੰਮਾ ਪਵੇਗਾ। ਜਿਹਨੇ ਦੁਨੀਆ ਦੇ ਸ਼ੌਕ ਪਾਲੇ ਹੋਏ ਨੇ, ਉਹ ਗੁਰੂ ਦੀ ਗੌਰ ਵਿੱਚ ਨਹੀਂ ਲੰਮਾ ਪੈ ਸਕਦਾ। ਹਾਂਜੀ। ਅੰਗ ਹਿਲਾਏ ਨ ਆਪ ਜਣਾਵੇ, ਨਿਜ ਹਨਰਨ ਕੋ ਦ੍ਰਿਜੈ ਛੁਪਾਵੇ। ਉਹ ਫਿਰ ਆਪਣੇ ਅੰਗ ਨਹੀਂ ਹਿਲਾ ਸਕਦਾ। ਕਦੇ ਮੁਰਦੇ ਦੇ ਹੱਥ ਪੈਰ ਹਿਲਦੇ ਵੇਖੇ ਨੇ? ਕੀ ਮੁਰਦਾ ਆਪਣੇ ਆਪ ਨੂੰ ਜਣਾ ਸਕਦਾ? ਜੋ ਮਿਰਤਕ ਕੋ ਚੰਦਨ ਚੜਾਵੇ, ਉਸ ਤੇ ਕਹੋ ਕਵਣ ਫਲ ਪਾਵੇ। ਜੋ ਮਿਰਤਕ ਕੋ ਬਿਸ਼ਟਾ ਮਾਹੇ ਰੁਲਾਈ, ਤੋ ਮਿਰਤਕ ਕਾ ਕਿਆ ਘਟ ਜਾਈ। ਹੁਣ ਬਜ਼ੁਰਗ ਮਰ ਗਿਆ, ਅਮੀਰਾਂ ਨੇ ਉਹਦਾ ਸੰਸਕਾਰ ਚੰਦਨ ਦੀਆਂ ਲੱਕੜਾਂ 'ਚ ਕਰ ਦਿੱਤਾ। ਇਹ ਕਿਹਦੇ ਵਾਸਤੇ ਪਤਾ ਤੁਹਾਨੂੰ? ਵੇਖਣ ਵਾਲਿਆਂ ਵਾਸਤੇ। ਬੋਲੇ 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 ਵੀ ਸੇਠ ਦੇ ਬੱਚਿਆਂ ਨੇ ਤੇ ਜੀ ਕਹਿੰਦੇ ਜੀ ਚੰਦਨ 'ਚ ਸੰਸਕਾਰ ਕੀਤਾ ਹੈ। ਪੁੱਛੋ ਬਾਪੂ ਨੂੰ ਕੀ ਅਸਰ ਹੈ ਚੰਦਨ ਦਾ? ਸਾੜਿਆ ਤੇ ਤੁਸੀਂ ਅੱਗ 'ਚ ਹੀ ਹੈ ਨਾ। ਉਹ ਚੰਦਨ ਦੀ ਹੋਵੇ ਤਾਂ ਕੀ ਫਰਕ ਪੈਂਦਾ? ਤੇ ਟਾਹਲੀ ਕਿੱਕਰ ਦੀ ਅੰਬ ਦੀ ਹੋਵੇ ਤਾਂ ਕੀ ਫਰਕ ਪੈਂਦਾ? ਜਾਂ ਤੇ ਬਾਪੂ ਨੂੰ ਸੜਨ ਤੋਂ ਬਚਾ ਲੈਂਦੇ ਤੁਸੀਂ, ਸੜ ਤੇ ਫਿਰ ਵੀ ਗਿਆ। ਸੜ ਤੇ ਫਿਰ ਵੀ ਗਿਆ। ਜਾਂ ਤੇ ਬਾਪੂ ਨੂੰ ਬਚਾਉਂਦੇ ਤੁਸੀਂ, ਫਿਰ ਤੇ ਗੱਲ ਸਮਝ ਆਉਂਦੀ ਵੀ ਬੜੇ ਅਮੀਰ ਨੇ ਜੀ। ਵੇਖੋ ਜੀ ਨਰਕਾਂ ਸਵਰਗਾਂ 'ਚੋਂ ਬਾਪੂ ਕੱਢ ਲਿਆਂਦਾ ਉਹਨਾਂ ਨੇ। ਇਸ ਕਰਕੇ ਮਿਰਤਕ ਨੂੰ ਕੀ ਫਰਕ ਪੈਂਦਾ ਹੈ, ਮੁਰਦੇ ਨੂੰ ਕੀ ਫਰਕ ਪੈਂਦਾ ਹੈ? ਹਾਂਜੀ। ਕਰ ਕੈ ਚਾਹਰ ਐਬ ਦਿਖਾਵੇ, ਗੁਰੂ ਰਜਾਏ ਮੰਨੈ ਸੁਖ ਪਾਵੇ। ਕਰਕੇ ਜ਼ਾਹਰ ਐਬ ਦਿਖਾਵੇ। ਜਿਸ ਵਿਅਕਤੀ ਨੇ ਐਬ ਕੀਤੇ ਨੇ, ਆਪੇ ਭਾਵ ਨੂੰ ਪ੍ਰਗਟ ਕੀਤਾ ਹੈ। ਹਾਂਜੀ। ਗੁਰੂ ਰਜਾਏ ਮੰਨੈ ਸੁਖ ਪਾਵੇ। ਗੁਰੂ ਦੀ ਰਜਾ ਦੇ ਵਿੱਚ ਆਵੇ ਤਾਂ ਸੁਖ ਮਿਲ ਸਕਦੇ ਨੇ। ਹਾਂਜੀ। ਨਾਮ ਹਮਾਰਾ ਨਾਨਕ ਜਾਨੋ, ਮੱਕੇ ਕੋ ਅਬ ਕੀਏ ਪ੍ਰਸਥਾਨੋ। ਸਤਿਗੁਰੂ ਕਹਿਣ ਲੱਗੇ, ਪੀਰ ਜੀ ਮੇਰਾ ਨਾਂ ਨਾਨਕ ਹੈ, ਅਗਲੀ ਮੰਜ਼ਿਲ ਸਾਡੀ ਮੱਕਾ ਹੈ। ਮੁਸਲਮਾਨ ਹੱਜ ਕਰਨ ਜਾਂਦੇ ਨੇ, ਅਸੀਂ ਵੀ ਮੱਕੇ ਚੱਲੇ ਹਾਂ। ਹਾਂਜੀ। ਸੁਣ ਸਭ ਹਾਜੀ ਮਨ ਮੈਂ ਚੀਨਾ, ਇਹ ਹਿੰਦੂ ਕੋ ਬੋਲ ਪ੍ਰਬੀਨਾ। ਅੱਗੋਂ ਉਹ ਜਿਹੜਾ ਪੀਰ ਸੀ, ਮੱਕੇ ਕੋ ਅਬ ਕੀਏ ਪ੍ਰਸਥਾਨੋ, ਸੁਨ ਸਭ ਹਾਜੀ ਮਨ ਮੈਂ ਚੀਨਾ। ਪੀਰ ਤੋਂ ਲੈ ਕੇ ਹਰ ਮੁਸਲਮਾਨ ਨੇ ਕੀ ਵੇਖਿਆ? ਇਹ ਹਿੰਦੂ ਕੋ ਬੋਲ ਪ੍ਰਬੀਨਾ। ਕਹਿੰਦਾ ਵੀ ਲੱਗਦਾ ਇਹ ਬੰਦਾ ਹਿੰਦੂ ਹੈ। ਕੱਪੜੇ ਇਹਨੇ ਪਾਲੇ ਨੇ ਮੁਸਲਮਾਨਾਂ ਵਾਲੇ, ਤੇ ਤਰਕ ਵੀ ਬੜਾ ਕਰਦਾ, ਇਹਨੂੰ ਗਿਆਨ ਵੀ ਬਹੁਤ ਹੈ। ਜਿੰਨੀਆਂ ਗੱਲਾਂ ਪੁੱਛੀਆਂ ਨੇ ਵੀ ਇਹ ਤਾਂ ਪਰੇ ਦੀ ਗੱਲ ਕਰਦਾ, ਰੱਬ ਦੇ ਘਰ ਦੀਆਂ ਗੱਲਾਂ ਸੁਣਾਉਂਦਾ। ਇਹ ਤਾਂ ਇਹ ਹਿੰਦੂ ਕੋ ਬੋਲ ਪ੍ਰਬੀਨਾ। ਪ੍ਰਬੀਨ ਦਾ ਅਰਥ ਹੁੰਦੇ ਸਿਆਣੇ, ਸੁਗੜ। ਇਹ ਤਾਂ ਬੜੇ ਸੁਜਾਨ ਬੋਲ ਬੋਲਦਾ ਭਾਈ, ਬੜੇ ਪੜ੍ਹੇ ਲਿਖੇ ਬੋਲ ਬੋਲਦਾ।
ਬਹੁਤ ਜਿਹਨੂੰ ਅੱਜ ਦੇ ਸ਼ਬਦਾਂ 'ਚ ਕਹੀਏ ਕਿ ਉਹਨਾਂ ਨੇ ਸਮਝ ਲਿਆ ਵੀ ਇਹ ਤੇ ਬੰਦਾ ਬੜਾ ਇੰਟੈਲੀਜੈਂਟ ਹੈ, ਬਹੁਤ ਪੜ੍ਹਿਆ ਲਿਖਿਆ ਹੈ, ਇਹ ਤੇ ਬੜਾ ਆਲਮ ਫਾਜ਼ਲ ਵਿਅਕਤੀ ਹੈ। ਹਾਂਜੀ। ਮਿਲ ਕਰ ਹਮਰੇ ਸੰਗ ਮਝਾਰੀ, ਕਾਬੇ ਚੱਲਿਓ ਚਹਿਤ ਮਗ ਭਾਰੀ। ਉਹਨਾਂ ਨੇ ਸੋਚਿਆ ਵੀ ਇਹ ਜਾਵੇਗਾ ਵੀ ਮੱਕੇ ਤੇ ਜਾਵੇਗਾ ਵੀ ਸਾਡੇ ਨਾਲ, ਤੇ ਜੇ ਇੱਥੇ ਇਹ ਇਦਾਂ ਬੋਲਦਾ ਤੇ ਇਹ ਤਾਂ ਉੱਥੇ ਜਾ ਕੇ ਵੀ ਬੋਲੇਗਾ, ਉੱਥੇ ਜਾ ਕੇ ਵੀ ਤਰਕ ਕਰੇਗਾ, ਉੱਥੇ ਵੀ ਨਵੀਆਂ ਨਵੀਆਂ ਗਿਆਨ ਦੀਆਂ ਗੱਲਾਂ ਵੰਡੇਗਾ ਆਪਣੀਆਂ। ਹਾਂਜੀ। ਦੇ ਜਵਾਬ ਇਸ ਕਰੇ ਨਿਰਾਲਾ, ਭਲੀ ਨਾ ਬਾਤ ਚੱਲੇ ਜੇ ਨਾਲਾ। ਇਹਦੀਆਂ ਗੱਲਾਂ ਦਾ ਉੱਥੇ ਜਵਾਬ ਕੌਣ ਦੇਗਾ? ਉਹ ਪੀਰ ਨੂੰ ਸਮਝ ਆ ਗਈ, ਮੁਲਤਾਨ ਵਾਲੇ ਨੂੰ, ਵੀ ਮੇਰੇ ਕੋਲ ਜਵਾਬ ਇੱਥੇ ਨਹੀਂ ਹੈਗਾ, ਉੱਥੇ ਕਿੰਨੇ ਦੇਣਾ? ਕਿਉਂ ਨਾ ਹੋਵੇ ਕਿ ਇਹਨੂੰ ਨਰਾਲਾ ਕਰ ਦਈਏ, ਵੱਖਰਾ ਕਰ ਦਈਏ, ਜਵਾਬ ਦੇ ਦਈਏ ਵੀ ਤੂੰ ਸਾਡੇ ਨਾਲ ਨਹੀਂ ਜਾਏਗਾ, ਅਸੀਂ ਤੈਨੂੰ ਆਪਣੇ ਨਾਲ ਨਹੀਂ ਲੈ ਕੇ ਜਾਵਾਂਗੇ। ਭਲੀ ਨਾ ਬਾਤ ਚੱਲੇ ਜੇ ਨਾਲਾ, ਜੇ ਸਾਡੇ ਨਾਲ ਜਾਏਗਾ ਤੇ ਗੱਲ ਚੰਗੀ ਨਹੀਂ, ਭਲੀ ਨਹੀਂ। ਹਾਂਜੀ। ਯੋ ਮਸਲਤ ਕਰ ਬੋਲੇ ਬੈਨਾ, ਮੰਦ ਨਮ ਸਮਝੈ ਇਹ ਗੁਣ ਐਨਾ। ਉਹਨਾਂ ਨੇ ਆਪਸ ਵਿੱਚ ਮਸਲਤ ਕਰ ਲਈ ਵੀ ਇਸ ਬੰਦੇ ਨੂੰ ਟਾਲੋ, ਇਸ ਬੰਦੇ ਨੂੰ ਅੱਗੇ ਪਿੱਛੇ ਕਰੋ, ਇਹ ਬੰਦਾ ਸਾਡੇ ਨਾਲ ਨਹੀਂ ਜਾਣਾ ਚਾਹੀਦਾ। ਇਹ ਬੰਦਾ ਸਾਡੇ ਨਾਲ ਨਹੀਂ ਜਾਣਾ ਚਾਹੀਦਾ, ਇਹਨੂੰ ਅੱਗੇ ਪਿੱਛੇ ਕਰਨਾ ਚਾਹੀਦਾ ਹੈ। ਪਰ ਉਹ ਇਹ ਨਹੀਂ ਸੀ ਜਾਣਦੇ ਕਿ ਇਹ ਗੁਰੂ ਨਾਨਕ ਹੈ, ਇਹ ਆਪ ਪਰਮੇਸ਼ਰ ਹੈ, ਇਹ ਤਾਂ ਖੁਦ ਖੁਦਾ ਦਾ ਰੂਪ ਹੈ। ਹਾਂਜੀ। ਮੱਕੇ ਕੇ ਮਗ ਅਸ ਇੱਕ ਥਾਨਾ, ਚੜ ਜਹਾਜ ਪਰ ਕਰਤ ਪਿਆਨਾ। ਉਹਨਾਂ ਨੇ ਹੁਣ ਕੀ ਕਿਹਾ? ਕਹਿਣ ਲੱਗੇ ਨਾਨਕ ਜੀ, ਗੱਲ ਇਹ ਹੈ ਵੀ ਇੱਥੋਂ ਤੇ ਅਸੀਂ ਮੁਲਤਾਨ ਤੋਂ ਤੁਹਾਨੂੰ ਨਾਲ ਲੈ ਜਾਵਾਂਗੇ, ਅੱਗੇ ਜਾ ਕੇ ਇੱਕ ਥਾਂ ਆਏਗੀ, ਉੱਥੋਂ ਸਮੁੰਦਰੀ ਜਹਾਜ਼ ਚੱਲਦਾ ਹੈ, ਉੱਥੇ ਜਦੋਂ ਲੋਕ ਜਹਾਜ਼ ਦੇ ਵਿੱਚ ਚੜ੍ਹਦੇ ਨੇ ਤੇ ਉਹ ਫਿਰ ਜਹਾਜ਼ ਉਹਨਾਂ ਨੂੰ ਲੈ ਕੇ ਜਾਂਦਾ ਹੈ। ਹਾਂਜੀ। ਤਹ ਜਬ ਕਲਮਾ ਦੇ ਤ ਪੜਾਈ, ਤਬ ਜਹਾਜ਼ ਪਰ ਲੇਤ ਚੜਾਈ। ਪਰ ਉੱਥੇ ਉਹਨਾਂ ਨੇ ਵਾਹ ਵਾਹ, ਉੱਥੇ ਉਹਨਾਂ ਨੇ ਤੁਹਾਡੇ ਤੋਂ ਕਲਮਾ ਸੁਣਨਾ ਹੈ, ਕਲਮਾ ਪੜਾਉਣਾ ਹੈ ਉਹਨਾਂ ਨੇ। ਕੀ ਤੁਹਾਨੂੰ ਕਲਮਾ ਆਉਂਦਾ ਹੈ? ਉੱਥੇ ਉਹਨਾਂ ਨੇ, ਜਿਵੇਂ ਆਪਾਂ ਕਹਿੰਦੇ ਨਾ ਅੱਜ ਅੰਗਰੇਜ਼ੀ ਵਿੱਚ ਵੀ ਤੁਹਾਡਾ ਟੈਸਟ ਹੋਏਗਾ, ਬਕਾਇਦਾ ਤੁਹਾਡੀ ਉੱਥੇ ਚੈੱਕਅਪ ਹੋਏਗੀ, ਬਕਾਇਦਾ ਉੱਥੇ ਤੁਹਾਡਾ ਪੇਪਰ ਵਰਕ ਵੇਖਿਆ ਜਾਏਗਾ। ਇਹ ਅੱਜ ਦੀ ਭਾਸ਼ਾ ਹੈ, ਅੱਜ ਦੀ ਬੋਲੀ ਮੁਤਾਬਕ ਅਸੀਂ ਇਦਾਂ ਬੋਲਾਂਗੇ। ਉਦੋਂ ਦੇ ਵਕਤ ਮੁਤਾਬਕ ਉਹ ਕਹਿਣ ਲੱਗੇ ਜੀ, ਤੈਂ ਜਬ ਕਲਮਾ ਦੇਤ ਪੜ੍ਹਾਈ, ਤਬ ਜਹਾਜ਼ ਪਰ ਲੇਤ ਚੜਾਈ। ਉਹ ਤੁਹਾਡੇ ਤੋਂ ਕਲਮਾ ਪੜ੍ਹਾਉਣਗੇ। ਕੀ ਤੁਹਾਨੂੰ ਕੁਰਾਨ ਦੀਆਂ ਉਹ ਐਤਾਂ ਆਉਂਦੀਆਂ ਨੇ ਜਿਹੜੀਆਂ ਕਲਮੇ ਦੇ ਵਿੱਚ ਪੜ੍ਹੀਆਂ ਜਾਂਦੀਆਂ ਨੇ? ਉਹ ਸ਼ਲੋਕ ਆਉਂਦੇ ਨੇ ਤੁਹਾਨੂੰ, ਉਹ ਸੁਣਾਓਗੇ ਤੇ ਜਹਾਜ਼ ਵਿੱਚ ਬੈਠੋਗੇ। ਜਿਹੜਾ ਸੁਣਾ ਦੇਗਾ ਉਹ ਜਹਾਜ਼ ਵਿੱਚ ਚੜ੍ਹ ਜਾਏਗਾ, ਜਿਹੜਾ ਨਹੀਂ ਸੁਣਾਏਗਾ ਉਹ ਰਹਿ ਜਾਏਗਾ। ਹਾਂਜੀ। ਹਿੰਦ ਨ ਕਲਮਾ ਕਰਤੇ ਉਚਾਰਾ, ਜਾਂ ਤੇ ਹਮ ਤੇ ਜਾਹੋ ਨਿਰਾਰਾ। ਹਿੰਦੁਸਤਾਨ ਦੇ ਜਿਹੜੇ ਲੋਕ ਹਿੰਦੂ ਨੇ ਉਹ ਕਲਮਾ ਨਹੀਂ ਪੜ੍ਹ ਸਕਦੇ, ਕਿਉਂਕਿ ਮੁਸਲਮਾਨ ਨਹੀਂ ਹੈਗੇ, ਤੇ ਉੱਥੇ ਜਾ ਕੇ ਫਿਰ ਤੁਹਾਨੂੰ ਰਹਿਣਾ ਪਵੇਗਾ, ਤੁਸੀਂ ਜਹਾਜ਼ ਤੇ ਚੜ੍ਹ ਨਹੀਂ ਸਕੋਗੇ। ਇਸ ਕਰਕੇ ਚੰਗਾ ਹੋਵੇ ਵੀ ਇੱਥੇ ਹੀ ਰਹਿ ਜਾਓ, ਤੁਹਾਨੂੰ ਜੋ ਅੱਧ ਚੋਂ ਮੁੜਨਾ ਪਵੇਗਾ। ਉਹ ਹੁਣ ਸਤਿਗੁਰੂ ਜੀ ਨੂੰ ਬੁਲਾਉਂਦੇ ਨੇ, ਟਾਲਦੇ ਨੇ, ਟਾਲ ਮਟੋਲ ਕਰਦੇ ਨੇ। ਉਹ ਸਤਿਗੁਰੂ ਜੀ ਨੂੰ ਲੈ ਕੇ ਨਹੀਂ ਜਾਣਾ ਚਾਹੁੰਦੇ ਸਨ। ਹਾਂਜੀ। ਸੁਣ ਕਰ ਸ੍ਰੀ ਮੁਖ ਸੋ ਮੁਸਕਾਨੇ, ਤਿੰਨ ਸੋ ਐਸੇ ਬਚਨ ਬਖਾਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਬੜੇ ਹੱਸੇ, ਸਮਝ ਗਏ ਅੰਤਰਜਾਮੀ
ਵੇਖੋ ਕਹਿਣਾ ਕੀ ਚਾਹੀਦਾ ਸੀ, ਕਹਿਣਾ ਇਹ ਚਾਹੀਦਾ ਸੀ ਕਿ ਨਾਨਕ ਜੀ ਅਸੀਂ ਤੁਹਾਨੂੰ ਨਾਲ ਲੈ ਕੇ ਨਹੀਂ ਜਾ ਸਕਦੇ, ਸਾਨੂੰ ਨਹੀਂ ਲੱਗਦਾ ਕਿ ਤੁਸੀਂ ਮੁਸਲਮਾਨ ਹੋ। ਪਰ ਮੈਂ ਰੋਜ਼ ਬੇਨਤੀ ਕਰਦਾ ਵੀ ਮੂਰਖ ਦੇ ਅਰਥ ਮੈਂ ਨਿੱਕੇ ਹੁੰਦਿਆਂ ਸੁਣੇ ਸੀ, ਕਿਸੇ ਦਾ ਮੂੰਹ ਰੱਖ ਲੈਣਾ। ਅਸੀਂ ਵਾਕਿਆ ਸਾਰੇ ਹੀ ਮੂਰਖ ਹਾਂ, ਇਹ ਸੱਚ ਨਹੀਂ ਬੋਲਦੇ, ਨਾ ਕੋਈ ਸੱਚ ਸੁਣਨਾ ਚਾਹੁੰਦਾ। ਤੁਸੀਂ ਕਿਸੇ ਨੂੰ ਸੱਚ ਬੋਲਦੇ ਹੋ, ਉਹ ਸਾਰੀ ਉਮਰ ਤੁਹਾਡੇ ਵਿਰੁੱਧ ਹੋ ਜਾਏਗਾ। ਪਰ ਜੇ ਤੁਸੀਂ ਉਹਨੂੰ ਥੋੜਾ ਜਿਹਾ ਝੂਠ ਬੋਲਦੇ ਹੋ, ਭਾਵੇਂ ਉਹਦੀ ਜ਼ਿੰਦਗੀ ਸਾਰੀ ਸਫਰ ਕਰ ਜਾਏ, ਪਰ ਲੋਕਾਂ ਨੂੰ ਉੱਦਾਂ ਕਹੀ ਜਾਊਗਾ ਵੀ ਅਸੀਂ ਗਏ ਸੀ ਤੇ ਇਹਨਾਂ ਨੇ ਕੋਸ਼ਿਸ਼ ਤਾਂ ਕੀਤੀ ਪਰ ਸਾਡਾ ਕੰਮ ਨਹੀਂ ਹੋਇਆ। ਅੱਜ ਸ਼ਾਇਦ ਸਾਨੂੰ ਨਹੀਂ ਪਤਾ, ਸਮਾਜਿਕ ਲੋਕਾਂ ਤੋਂ ਲੈ ਕੇ ਧਾਰਮਿਕ ਲੋਕਾਂ ਤੱਕ ਸਭ ਝੂਠ ਤੇ ਟਿਕੇ ਹੋਏ ਨੇ। ਹੁਣ ਕੋਈ ਪਰਿਵਾਰ ਆ ਗਿਆ, ਉਹਨਾਂ ਦੇ ਘਰ ਬੱਚੇ ਦੀ ਉਮੀਦਵਾਰੀ ਹੈ। ਹੁਣ ਮੇਰੇ ਵਰਗੇ ਬਾਬੇ ਕੋਲ ਆ ਗਿਆ, ਕਹਿੰਦੇ ਬਾਬਾ ਜੀ ਕੁੜੀ ਦੇ ਸਿਰ ਤੇ ਹੱਥ ਰੱਖ ਦਿਓ, ਬਹੂ ਹੈ, ਬੇਟਾ ਹੋ ਜਾਏ। ਮੇਰੇ ਵਰਗੇ ਮਿੰਟ ਲਾਉਂਦੇ ਨੇ ਹੱਥ ਰੱਖਣ ਲੱਗੇ। ਆਪਣੇ ਹੱਥ ਨੂੰ ਮੰਗਿਆ ਭਾਵੇਂ ਰੋਟੀ ਨਾ ਮਿਲਦੀ ਹੋਵੇ, ਮੁੰਡਾ ਦੇਣ ਲਈ ਹੱਥ ਚੁੱਕ ਲੈਣਗੇ ਫਟਾਫਟ, ਵੀ ਪਹਿਲਾਂ ਆਪਣਾ ਹੱਥ ਵੇਖ ਵੀ ਤੇਰੇ ਹੱਥਾਂ ਨੂੰ ਤੇ ਰੋਟੀ ਨਹੀਂ ਦਿੰਦਾ ਕੋਈ, ਤੂੰ ਇਹਨਾਂ ਹੱਥਾਂ ਦੇ ਵਿੱਚ ਕਿਵੇਂ ਕਿਸੇ ਨੂੰ ਪੁੱਤਰ ਦੇ ਸਕਦਾ। ਤੇ ਫਿਰ ਬੋਲਦੇ ਕੀ ਨੇ, ਪੁੱਤਰਮ ਨਾ ਪੁੱਤਰੀ। ਹੁਣ ਵੇਖੋ ਬੱਚੇ ਦੀ ਉਮੀਦਵਾਰੀ, ਤੇ ਬੱਚਾ ਤੇ ਹੋਏਗਾ, ਲੜਕਾ ਹੋਏਗਾ ਜਾਂ ਲੜਕੀ ਹੋਏਗੀ। ਹੁਣ ਜੇ ਤੇ ਲੜਕਾ ਹੋ ਗਿਆ ਤੇ ਉਹਨਾਂ ਨੇ ਕਹਿਣਾ ਬਾਬਾ ਜੀ ਆਹ ਡੱਬਾ ਜੀ, ਆਹ ਕੱਪੜੇ ਜੀ, ਆਹ ਤੁਹਾਡੀ ਮਾਇਆ ਜੀ, ਕਾਕਾ ਹੋਇਆ ਜੀ। ਉਹ ਕਹਿੰਦਾ ਮੈਂ ਤੇ ਪਹਿਲਾਂ ਹੀ ਕਹਿ ਦਿੱਤਾ ਸੀ ਪੁੱਤਰਮ ਨਾ ਪੁੱਤਰੀ। ਤੇ ਜੇ ਉਹਨਾਂ ਨੇ ਆ ਕੇ ਢਿੱਲਾ ਜਿਹਾ ਮੂੰਹ ਕਰਕੇ ਕਹਿਤਾ ਵੀ ਬਾਬਾ ਜੀ ਕੁੜੀ ਹੋਈ ਹੈ, ਤੇ ਫਿਰ ਕਹਿ ਦੇਣਾ ਜੀ ਮੈਂ ਤੇ ਪਹਿਲਾਂ ਹੀ ਕਹਿ ਦਿੱਤਾ ਸੀ ਪੁੱਤਰਮ ਨਾ ਪੁੱਤਰੀ। ਝੂਠ ਤੇ ਸਾਰਾ ਕੰਮ ਟਿਕਿਆ ਹੋਇਆ ਹੈ। ਬੱਚੇ ਦੇਣੇ ਰੱਬ ਦੀ, ਇਹ ਰੱਬ ਦੀ ਦਾਤ ਹੈ, ਇਹ ਬੰਦਿਆਂ ਦੀਆਂ ਦਾਤਾਂ ਨਹੀਂ ਹੈ। ਕੋਈ ਕਿਸੇ ਨੂੰ ਧੀਆਂ ਪੁੱਤਰ ਨਹੀਂ ਦੇ ਸਕਦਾ। ਇਹ ਦਾਤਾਂ ਉਸ ਵਾਹਿਗੁਰੂ ਦੇ ਮਿੱਠੇ ਮੇਵੇ ਨੇ। ਪੁੱਤ ਮਿੱਠੜੇ ਮੇਵੇ ਅੱਲਾ ਸਭ ਨੂੰ ਦੇਵੇ, ਇਹ ਦੁਨੀਆ 'ਚ ਗੀਤ ਗਾਏ ਜਾਂਦੇ ਸੀ ਲੋਕਾਂ ਵਿੱਚ। ਅਨਪੜ੍ਹ ਲੋਕਾਂ ਦਾ ਇਹ ਫੇਥ ਹੈ ਕਿ ਬੱਚਾ ਰੱਬ ਦੀ ਦਾਤ ਹੈ। ਅਸੀਂ ਪੜ੍ਹੇ ਲਿਖੇ ਪਤਾ ਨਹੀਂ ਕਿਉਂ ਇਸ ਚੱਕਰ 'ਚ ਪੈ ਗਏ ਵੀ ਬਾਬਾ ਸਿਰ ਤੇ ਹੱਥ ਰੱਖੇਗਾ ਤੇ ਮੁੰਡਾ ਹੋ ਜਾਏਗਾ। ਇਸੇ ਤਰ੍ਹਾਂ ਦੁਨੀਆ ਲੱਗੀ ਹੋਈ ਹੈ। ਸਤਿਗੁਰੂ ਜੀ ਹੱਸ ਪਏ, ਮੁਸਕਰਾ ਪਏ ਵੀ ਚੰਗੇ ਹਾਜੀ ਹੱਜ ਕਰਨ ਚੱਲੇ ਨੇ, ਵੀ ਤੇ ਸਾਨੂੰ ਹੀ ਇੰਨਾ ਕਹਿਣ ਜੋਗੇ ਨਹੀਂ ਹੈਗੇ ਕਿ ਅਸੀਂ ਜੀ ਤੁਹਾਨੂੰ ਨਾਲ ਨਹੀਂ ਲੈ ਕੇ ਜਾ ਸਕਦੇ। ਸਿੱਧਾ ਕਹੋ ਵੀ ਸਾਡੀ ਮਜਬੂਰੀ ਹੈ ਜੀ। ਪਰ ਉਹ ਕੀ ਕਹਿੰਦੇ ਨੇ, ਉਹ ਕਹਿੰਦੇ ਜੀ ਉੱਥੇ ਕਲਮਾ ਪੜਾਉਣਗੇ ਜੀ, ਉਹ ਫਿਰ ਜਹਾਜ਼ ਤੇ ਚੜਾਉਣਗੇ ਜੀ। ਸੁਣ ਕਰ ਸ਼੍ਰੀ ਮੁਖ ਸੋ ਮੁਸਕਾਨੇ, 300 ਐਸੇ ਬਚਨ ਬਖਾਨੇ। ਤਦੋਂ ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਚਨ ਉਚਾਰੇ। ਹਾਂਜੀ, ਜਨਮਿਓ ਜਬ ਕੋ ਸੰਗ ਨ ਆਇਓ, ਮਰਨੇ ਕਾਲ ਨ ਸੰਗ ਸਿਧਾਇਓ। ਸਤਿਗੁਰੂ ਕਹਿਣ ਲੱਗੇ ਜਾਓ ਜਾਓ ਜਾਓ, ਪਰ ਇਹ ਗੱਲ ਯਾਦ ਰੱਖਣਾ, ਜਨਮਿਓ ਜਬ, ਜਦੋਂ ਬੰਦਾ ਜੰਮਿਆ ਸੀ ਨਾ, ਕੋ ਸੰਗ ਨਾ ਆਇਓ। ਉਦੋਂ ਕਿਹੜਾ ਕਾਫਲਾ ਆਇਆ ਸੀ ਜੀ ਉਹਨੂੰ ਦੁਨੀਆ ਤੇ ਛੱਡਣ ਵਾਸਤੇ? ਜਦੋਂ ਅਸੀਂ ਜੰਮੇ ਸੀ ਤਾਂ ਇਕੱਲੇ ਸੀ। ਮਰਨੇ ਕਾਲ ਨਾ ਸੰਗ ਸਧਾਇਓ, ਤੇ ਜਦੋਂ ਮਰਨਾ ਹੈ ਉਦੋਂ ਵੀ ਇਕੱਲਿਆਂ ਹੀ ਜਾਣਾ ਹੈ, ਉਦੋਂ ਕਿਹੜਾ ਨਾਲ ਕਾਰਵਾਂ ਜਾਣਾ ਹੈ। ਉਹ ਜਿਹੜਾ ਸਤਿਗੁਰੂ ਦੀ ਬਾਣੀ 'ਚ ਸ਼ਬਦ ਹੈ ਨਾ, ਉਹ ਜਿਹੜੇ 4 ਭਰਾ ਖਟੀਆ ਲੈ ਕੇ ਜਾਂਦੇ ਨੇ, ਉਹ ਵੀ ਮੜੀਆਂ ਤੱਕ ਹੀ ਜਾਂਦੇ ਨੇ, ਉਦੋਂ ਅੱਗੇ ਕੋਈ ਨਹੀਂ ਜਾਂਦਾ। ਘਰ ਦੀ ਇਸਤਰੀ ਡਿਉੜੀ ਤੱਕ ਜਾਂਦੀ ਹੈ, ਘਰ ਦੇ ਬੂਹੇ ਤੱਕ ਜਾਂਦੀ ਹੈ। ਬੰਦੇ 4 ਜਿਹੜੇ ਨੇ ਉਹ ਸ਼ਮਸ਼ਾਨ ਭੂਮੀ ਤੱਕ ਜਾਂਦੇ ਨੇ, ਬਸ ਅੱਗੇ ਫਿਰ ਕੱਲਾ, ਆਗੇ ਹੰਸ ਅਕੇਲਾ। ਸਤਿਗੁਰੂ ਕਹਿੰਦੇ ਸੁਣ ਲਓ ਭਾਈ, ਆਇਆ ਵੀ ਬੰਦਾ ਕੱਲਾ ਹੈ ਤੇ ਬੰਦੇ ਨੇ ਜਾਣਾ ਵੀ ਕੱਲੇ ਹੈ। ਹਾਂਜੀ, ਆਏ ਅਕੇਲਾ ਜਾਤ ਅਕੇਲਾ,
यो समझै मन होत सुहेला। ਆਉਣਾ ਇਕੱਲੇ ਨੇ ਹੈ, ਜਾਣਾ ਇਕੱਲੇ ਨੇ ਹੈ। ਇਹ ਗੱਲ ਆਪਣੇ ਜੀਵਨ ਨੂੰ ਸਮਝਾ ਲਓ, ਇਹ ਸੁਹੇਲੀ ਹੈ। ਇਹ ਸੁਖੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਇੱਕ ਪਾਠ ਹੈ। ਵੀ ਕੱਲ੍ਹ ਨੂੰ ਬੰਦੇ ਇਕੱਠੇ ਕਰੀ ਫਿਰਦੇ ਆਪਣੇ ਨਾਲ। ਸਾਡੇ 'ਚ ਬੜੇ ਲੋਕ ਨੇ ਜਿਹੜੇ ਸਾਰੀ ਉਮਰ ਇਸੇ ਗੱਲ 'ਚ ਹੀ ਲੱਗੇ ਰਹਿੰਦੇ ਨੇ, ਨਹੀਂ ਜੀ 4 ਬੰਦੇ ਤੇ ਹੋਣੇ ਚਾਹੀਦੇ ਨੇ। ਪਰ ਅਸ ਕਰੋਨੇ ਨੇ ਦੱਸ ਦਿੱਤਾ ਵੀ 4 ਬੰਦੇ ਵੀ ਕੰਮ ਨਹੀਂ ਜੇ ਆਉਂਦੇ। ਇੱਥੇ ਜਦੋਂ ਮਾਂ ਦਾ ਸੰਸਕਾਰ ਆਇਆ ਤੇ ਲੁਧਿਆਣੇ ਦੇ ਇੰਜੀਨੀਅਰ ਨੇ ਕੀਤਾ, ਨਿਆਣੇ ਭੱਜ ਗਏ ਛੱਡ ਕੇ। ਪੁੱਛੋ ਵੀ ਜਿਹੜੇ ਇਹ ਕਰਨਗੇ, ਭਾਵੇਂ ਮਿਊਨਿਸਪਲ ਕਾਰਪੋਰੇਸ਼ਨ ਦੇ ਬੰਦੇ ਹੋਣ, ਭਾਵੇਂ ਹਸਪੀਟਲ ਦੇ ਹੋਣ, ਭਾਵੇਂ ਪੁਲਿਸ ਦੇ ਹੋਣ, ਇਹਨਾਂ ਨੂੰ ਵੀ ਤਾਂ ਕਿਸੇ ਮਾਂ ਨੇ ਜੰਮਿਆ। ਤੁਹਾਡੇ ਤੋਂ ਤਾਂ ਨਹੀਂ ਸਰਿਆ ਵੀ ਤੁਸੀਂ ਆਪਣੀ ਮਾਂ ਦਾ ਸੰਸਕਾਰ ਵੀ ਕਰ ਸਕੋ। ਸਤਿਗੁਰੂ ਕਹਿਣ ਲੱਗੇ ਸੁਹੇਲਾ ਇਹ ਹੈ ਕਿ ਇਹ ਸਮਝ ਲਓ ਕਿ ਕੱਲਾ ਆਇਆ ਹੈ, ਕੱਲਾ ਰਹਿਣਾ ਹੈ ਤੇ ਕੱਲੇ ਜਾਣਾ ਹੈ। ਹਾਂਜੀ। ਸੁਣ ਕਰ ਬਸ ਤਹਿ ਰਹਿਨ ਬਿਤਾਈ, ਬਹਰੋ ਜਬ ਪ੍ਰਭਾਤ ਹੈ ਆਈ। ਇਸ ਤਰ੍ਹਾਂ ਰਾਤ ਬਤੀਤ ਹੋ ਗਈ, ਅਗਲੀ ਸਵੇਰ ਚੜ੍ਹ ਗਈ, ਅਗਲਾ ਦਿਨ ਚੜ੍ਹ ਗਿਆ। ਹਾਂਜੀ। ਉਠ ਕਰ ਹਾਜੀ ਪੰਥ ਸਿਧਾਰੇ, ਆਪਨ ਸਾਥ ਤੇ ਪ੍ਰਭ ਹਟਕਾਰੇ। ਸਵੇਰੇ ਉੱਠ ਕਰ ਹਾਜੀ ਪੰਥ ਸੁਧਾਰੇ। ਸਵੇਰੇ ਉੱਠੇ ਤੇ ਜਿਹੜੇ ਹਾਜੀ ਸੀ ਉਹ ਮੱਕੇ ਨੂੰ ਤੁਰ ਪਏ। ਆਪਣ ਸਾਥ ਤੇ ਪ੍ਰਭ ਹਟਕਾਰੇ। ਗੁਰੂ ਜੀ ਨੂੰ ਉਹਨਾਂ ਨੇ ਆਪਣੇ ਨਾਲ ਨਹੀਂ ਰਲਾਇਆ, ਤੋਰਿਆ ਹੀ ਨਹੀਂ, ਚਲਾਇਆ ਹੀ ਨਹੀਂ ਆਪਣੇ ਨਾਲ, ਛੱਡ ਦਿੱਤਾ ਉੱਥੇ। ਸਤਿਗੁਰੂ ਦਾ ਡੇਰਾ ਉੱਥੇ ਹੀ ਰਹਿ ਗਿਆ, ਬਾਕੀ ਹਾਜੀ ਯਾਤਰਾ ਵਾਲੇ ਚਲੇ ਗਏ। ਹਾਂਜੀ। ਮਰਦਾਨੇ ਸੋ ਬਚਨ ਬਖਾਨਾ, ਹਿੰਦੂ ਕੋ ਤਹਿ ਹੋਏ ਨ ਜਾਣਾ। ਮਰਦਾਨੇ ਨੂੰ ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਮੱਕੇ ਦੇ ਵਿੱਚ ਹਿੰਦੂ ਨਹੀਂ ਜਾ ਸਕਦਾ। ਅੱਜ ਵੀ ਹਿੰਦੂ ਧਰਮ ਦੇ ਕਈ ਧਰਮ ਸਥਾਨ ਐਸੇ ਨੇ ਜਿੱਥੇ ਗੈਰ ਹਿੰਦੂ ਨਹੀਂ ਜਾ ਸਕਦਾ। ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਜਿਹੜਾ ਅੱਜ ਕੱਲ੍ਹ ਸਾਡਾ ਰਾਸ਼ਟਰਪਤੀ ਹੈ, ਉਹ ਜਦੋਂ ਨਵਾਂ ਬਣਿਆ ਤੇ ਮੰਦਿਰ ਨੂੰ ਤੁਰ ਪਿਆ। ਅੱਗੋਂ ਮੰਦਿਰ ਵਾਲਿਆਂ ਨੇ ਮੰਦਿਰ 'ਚ ਨਹੀਂ ਵੜਨ ਦਿੱਤਾ। ਉਹ ਵਿਚਾਰਾ, ਜੇ ਅਖੌਤੀ ਜਾਤ ਦੀ ਗੱਲ ਕਰੀਏ ਤੇ ਉਹ ਨੀਵੀਂ ਜਾਤੀ 'ਚੋਂ ਹੈ। ਕਿਉਂਕਿ ਸਾਡੇ ਵਿੱਚ ਕੁਝ ਐਸੀਆਂ ਅਖੌਤੀ ਜਾਤੀਆਂ ਨੇ ਜਿਨ੍ਹਾਂ ਨੂੰ ਅਸੀਂ ਅੱਜ ਵੀ ਢੋਈ ਜਾਂਦੇ ਹਾਂ। ਅੱਜ ਵੀ ਕਈ ਹਿੰਦੂ ਮੰਦਿਰ ਐਸੇ ਨੇ ਜਿੱਥੇ ਮੁਸਲਮਾਨ ਨਹੀਂ ਜਾ ਸਕਦਾ। ਅਗਰ ਮੈਂ ਹੋਰ ਆਪ ਜੀ ਨੂੰ ਦੱਸਾਂ ਤੇ ਉਹ ਪ੍ਰਧਾਨ ਮੰਤਰੀ ਜਿਹਨੂੰ ਸਿੱਖਾਂ ਨੇ ਮਾਰਿਆ ਸੀ, ਬੇਅੰਤ ਸਿੰਘ ਸਤਵੰਤ ਸਿੰਘ ਹੋਰਾਂ ਨੇ, ਹਰ ਮੰਦਿਰ 'ਚ ਤਾਂ ਉਹ ਵੀ ਨਹੀਂ ਜਾ ਸਕੀ ਸੀ, ਕਿਉਂਕਿ ਉਹਨੇ ਜਿਹਦੇ ਨਾਲ ਵਿਆਹ ਕੀਤਾ ਸੀ ਉਹ ਹਿੰਦੂ ਨਹੀਂ ਸੀ। ਇਸੇ ਤਰ੍ਹਾਂ ਮੁਸਲਮਾਨਾਂ ਦੇ ਐਸੇ ਕਈ ਸਥਾਨ ਨੇ, ਉਹਨਾਂ ਵਿੱਚ ਕਾਬਾ ਪ੍ਰਮੁੱਖ ਹੈ ਕਿ ਕੋਈ ਵੀ ਵਿਅਕਤੀ, ਭਾਵੇਂ ਉਹ ਸਾਈ ਹੈ, ਯਹੂਦੀ ਹੈ, ਪਾਰਸੀ ਹੈ, ਮੱਕੇ ਨਹੀਂ ਜਾ ਸਕਦਾ। ਮੱਕੇ ਉਹੀ ਜਾਏਗਾ ਜਿਹੜਾ ਮੁਸਲਮਾਨ ਹੋਏਗਾ। ਸਤਿਗੁਰੂ ਕਹਿਣ ਲੱਗੇ, ਮਰਦਾਨਿਆਂ ਹਿੰਦੂ ਮੱਕੇ ਨਹੀਂ ਜਾ ਸਕਦੇ। ਮਰਦਾਨੇ ਸੋ ਬਚਨ ਬਖਾਨਾ, ਹਿੰਦੂ ਕੋ ਤੈ ਹੋਏ ਨਾ ਜਾਣਾ। ਹਾਂਜੀ। ਮੱਕੇ ਦੇਖਨ ਮਹਿ ਪ੍ਰਤਬੰਦਾ, ਕਹੋ ਅਬ ਕਹਿ ਬਿਦ ਗਮਨੋ ਪੰਦਾ। ਸਤਿਗੁਰੂ ਕਹਿਣ ਲੱਗੇ ਵੀ ਮੱਕੇ ਵਿੱਚ ਜਿਹੜਾ ਹੈ ਉਹ ਪ੍ਰਤੀਬੰਧ ਲੱਗਾ ਹੋਇਆ ਹੈ, ਬੰਦਸ਼ ਹੈ, ਉੱਥੋਂ ਦਾ ਕਾਨੂੰਨ ਹੈ। ਤੇ ਹੁਣ ਫਿਰ ਮਰਦਾਨੇ ਆਪਾਂ ਕੀ ਕਰੀਏ? ਕਹੋ ਅਬ ਕਹਿ ਬਿਦ ਗਮਨੋ ਪੰਦਾ। ਜੇ ਆਪਾਂ ਜਾਈਏ ਵੀ ਤੇ ਉੱਥੇ ਜਾ ਕੇ ਵੀ ਕੀ ਕਰਾਂਗੇ? ਉੱਥੇ ਜਾ ਕੇ ਵੀ ਸਾਨੂੰ ਕਿਸੇ ਨੇ ਅੰਦਰ ਨਹੀਂ ਜਾਣ ਦੇਣਾ। ਹਾਂਜੀ। ਹੁਤੇ ਤੁਰਕ ਸੇ ਪੰਥ ਪਧਾਰੇ, ਸੁਣ ਮਰਦਾਨੇ ਬੈਨ ਉਚਾਰੇ। ਜਿਹੜੇ ਮੁਸਲਮਾਨ ਸੀ ਮਰਦਾਨਿਆਂ, ਉਹ ਤੇ ਚਲੇ ਗਏ ਤੇ ਹਿੰਦੂ ਕੋਈ ਜਾ ਨਹੀਂ ਸਕਦਾ। ਆਪਾਂ ਜਾ ਕੇ ਕੀ ਕਰਾਂਗੇ?
ਇਹ ਬਚਨ ਸੁਣ ਕੇ ਭਾਈ ਮਰਦਾਨੇ ਨੇ ਸਤਿਗੁਰੂ ਜੀ ਦੇ ਸਨਮੁਖ ਮੁੜ ਬੇਨਤੀ ਕੀਤੀ। ਹਾਂਜੀ। तीन लोक के बिखे न कोई, रावर को बर जय मग जोई। ਕਹਿਣ ਲੱਗਾ ਬਾਬਾ ਜਿੰਨੀ ਕਿ ਮੈਨੂੰ ਸਮਝ ਆਈ ਹੈ, ਇਹਨਾਂ ਤਿੰਨ ਲੋਕਾਂ 'ਚ ਕਿਹਦੀ ਹਿੰਮਤ ਹੈ ਜਿਹੜਾ ਤੇਰਾ ਰਾਹ ਰੋਕ ਲਵੇ, ਜਿਹੜਾ ਤੈਨੂੰ ਰੋਕ ਸਕੇ। ਇਸ ਤਰਲੋਕੀ ਦੇ ਵਿੱਚ ਕੋਈ ਐਸਾ ਪੈਦਾ ਨਹੀਂ ਹੋਇਆ ਜਿਹੜਾ ਨਾਨਕ ਦਾ ਰਸਤਾ ਰੋਕ ਸਕਦਾ ਹੋਵੇ। ਦੇਖੋ ਕੈਸਾ ਪੈਗੰਬਰ ਸੀ ਗੁਰੂ ਨਾਨਕ। ਸਮੁੰਦਰਾਂ ਨੇ, ਪਹਾੜਾਂ ਨੇ ਰਾਹ ਛੱਡੇ ਨੇ ਉਸ ਨੂੰ। ਔਰ ਕਦੇ ਨਹੀਂ ਅਸੀਂ ਸੁਣਿਆ ਕਿ ਸਤਿਗੁਰੂ ਨੂੰ ਕਿਤੇ ਉੱਚੇ ਕੋਈ ਫਿੱਕੇ ਬੋਲ ਬੋਲਣੇ ਪਏ ਹੋਣ, ਕਦੇ ਕਿਤੇ ਤਾਕਤ ਦੀ ਵਰਤੋਂ ਕਰਨੀ ਪਈ ਹੋਵੇ, ਕਿਤੇ ਕੋਈ ਬਲ ਉਹਨਾਂ ਨੂੰ ਵਰਤਣਾ ਪਿਆ ਹੋਵੇ। ਭਾਈ ਮਰਦਾਨਾ ਕਹਿਣ ਲੱਗਾ ਬਾਬਾ ਤਿੰਨ ਲੋਕਾਂ 'ਚ ਕੌਣ ਹੈ ਜਿਹੜਾ ਤੁਹਾਨੂੰ ਵਰਜੇਗਾ, ਜਿਹੜਾ ਤੁਹਾਨੂੰ ਮੱਕੇ ਵਿੱਚ ਜਾਣ ਤੋਂ ਰੋਕ ਸਕਦਾ ਹੈ। ਹਾਂਜੀ। तुरक जे बपरे कौन अगारी, तुमरे सन्मुख है बलतारी। ਤੁਰਕ ਜੇ ਬਪਰੇ ਕੌਣ ਅਗਾਰੀ। ਇਹ ਤੁਰਕ ਕੌਣ ਨੇ? ਇਹ ਤੁਹਾਡੇ ਅੱਗੇ ਵਿਚਾਰੇ ਕੀ ਨੇ? ਤੁਮਰੇ ਸਨਮੁਖ ਹਵੈ ਬਲ ਧਾਰੀ। ਇਹ ਤੁਹਾਨੂੰ ਆਪਣੀ ਤਾਕਤ ਵਿਖਾਉਣਗੇ ਕਿ ਕਿਸੇ ਤਰ੍ਹਾਂ ਦਾ ਆਪਣਾ ਕੋਈ ਸ਼ਕਤੀ ਦਾ ਕੋਈ ਪ੍ਰਗਟਾਵਾ ਕਰਨਗੇ। ਹਾਂਜੀ। कृपा तार मुझ देहो दिखाई, नह बिलाओ किए जग साई। ਕਹਿਣ ਲੱਗਾ ਬਾਬਾ ਨਾ ਟਾਲੋ, ਜੇ ਤੋਰੀ ਪਏ ਹੋ ਤੇ ਇੱਥੋਂ ਫਿਰ ਕਿਉਂ ਮੋੜਦੇ ਹੋ ਮੈਨੂੰ? ਲੈ ਚਲੋ ਵਿਖਾ ਲਿਆਓ। ਸੱਚੇ ਪਾਤਸ਼ਾਹ ਦੇ ਸਨਮੁਖ ਫਿਰ ਆਖਿਆ ਕਿਰਪਾ ਧਾਰ ਮੁਝ ਦੇਹੋ ਦਿਖਾਈ, ਨਹਿ ਬਲਾਓ ਕੀਜੈ ਜਗ ਸਾਈ। ਜਗਤ ਦਾ ਮਾਲਕਾ ਮੈਨੂੰ ਲੈ ਚੱਲ, ਨਾ ਰੋਕ। ਹਾਂਜੀ। सुन श्री मुख ते बिगसे नाथा, बोलत भे मर्दाने साथा। ਸਤਿਗੁਰੂ ਜੀ ਮੁਸਕਰਾ ਪਏ ਤੇ ਫਿਰ ਭਾਈ ਮਰਦਾਨੇ ਨੂੰ ਸਤਿਗੁਰੂ ਜੀ ਨੇ ਇਹ ਬਚਨ ਉਚਾਰੇ ਨੇ। ਹਾਂਜੀ। तुझे बिलोकन चाहे जरूरे, गाओ शब्द प्रभ के गुण रूरे। ਸਤਿਗੁਰੂ ਕਹਿਣ ਲੱਗੇ ਮਰਦਾਨਿਆ ਫਿਰ ਜੇ ਜਾਣਾ ਹੀ ਜਾਣਾ ਹੈ, ਜੇ ਤੂੰ ਮੱਕਾ ਕਾਬਾ ਵੇਖਣਾ ਹੀ ਹੈ ਤੇ ਫਿਰ ਕਰ ਪਰਮੇਸ਼ਰ ਦੀ ਬੰਦਗੀ ਕਰ, ਬਾਣੀ ਗਾ, ਚੱਲ ਪਰਮਾਤਮਾ ਦੀ ਸਿਫਤ ਕਰੀਏ। ਹਾਂਜੀ। करत सबन की आशा पूरन, ले जवाब गावो अब तूरन। ਕਰਤ ਸਬਨ ਕੀ ਆਸ਼ਾ ਪੂਰਨ। ਇਹ ਜਿਹੜੀ ਰੱਬ ਦੀ ਸਿਫਤ ਸਲਾਹ ਹੈ ਇਹ ਹਰ ਬੰਦੇ ਦੀਆਂ ਆਸਾਂ ਪੂਰੀਆਂ ਕਰਦੀ ਹੈ। ਇਸ ਕਰਕੇ ਲੈ ਰਬਾਬ ਗਾਵੋ ਅਬ ਤੂਰਨ। ਚੁੱਕ ਰਬਾਬ ਫਿਰ ਵਜਾ, ਚੱਲ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਹਾਂਜੀ। सुन हर ख्यो हृदय मर्दाना, जंतर बजाए कीन मुख गाना। ਭਾਈ ਮਰਦਾਨਾ ਬੜਾ ਖੁਸ਼ ਹੋਇਆ। ਉਸੇ ਵੇਲੇ ਰਬਾਬ ਚੁੱਕੀ ਹੈ, ਸਾਜ਼ ਵਜਾਉਣਾ ਸ਼ੁਰੂ ਕਰ ਦਿੱਤਾ, ਮੁਖ ਤੋਂ ਬਾਣੀ ਗਾਉਣੀ ਸ਼ੁਰੂ ਕਰ ਦਿੱਤੀ। ਹਾਂਜੀ। प्रेम संग सुर राग बसायो, ਰੀਜ ਰੀਜ ਉੱਚੀ ਧੁਨ ਗਾਇਓ। ਜਦੋਂ ਪ੍ਰੇਮ ਨਾਲ ਸੁਰ ਵਿੱਚ ਰਬਾਬ ਵਜਾਈ ਹੈ, ਗਾਇਆ ਹੈ ਉੱਚੀ ਉੱਚੀ ਬਾਣੀ ਦਾ, ਜਦੋਂ ਇਹਨਾਂ ਨੇ ਇਹ ਗਾਇਨ ਕੀਤਾ, ਅਲਾਪ ਕੀਤੇ ਨੇ। ਹਾਂਜੀ। ਸਰਬ ਸ਼ਬਦ ਕੋ ਪੜ ਕਰ ਜਬ ਹੀ, ਗਰੀਬ ਨਿਵਾਏ ਨਮੋ ਕੀਏ ਤਬ ਹੀ। ਜਦੋਂ ਸ਼ਬਦ ਸੰਪੂਰਨ ਹੋਇਆ, ਪਰਮੇਸ਼ਰ ਦੀ ਰਜਾ ਵਿੱਚ ਸਿਰ ਨਵਾਇਆ, ਹੱਥ ਜੋੜੇ ਜਿਵੇਂ ਰੱਬ ਨੂੰ ਮੱਥਾ ਟੇਕੀਦਾ ਹੈ। ਸਾਡੇ ਸਾਰਿਆਂ ਵਿੱਚ, ਸਾਰੇ ਧਰਮਾਂ ਵਿੱਚ ਹੈ ਕਿ ਅਸੀਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ, ਜਦੋਂ ਅਸੀਂ ਕਈ ਵਾਰੀ ਬੈਠੇ ਬੈਠੇ ਇਹਦਾ ਸਿਰ ਝੁਕਾਉਂਦੇ ਤਾਂ ਅਸੀਂ ਕਿਸੇ ਬੰਦੇ ਨੂੰ ਨਹੀਂ ਝੁਕਾਉਂਦੇ। ਉਹ ਪਰਮੇਸ਼ਰ ਦੀ ਰਜਾ ਨੂੰ ਹੁੰਦਾ, ਉਹਦੀ ਮਰਜ਼ੀ ਨੂੰ ਹੁੰਦਾ, ਉਹਦੀ ਹੋਂਦ ਨੂੰ ਹੁੰਦਾ।
ਉਹਦੀ ਜਿਹੜੀ ਸੱਤਿਆ ਹੈ ਅਸੀਂ ਉਹਨੂੰ ਕਬੂਲਦੇ ਹਾਂ ਵੀ ਸਭ ਥਾਵਾਂ ਤੇ ਪ੍ਰਮਾਤਮਾ ਤੂੰ ਹੀ ਤੂੰ ਹੈ। ਹਾਂਜੀ। ਸਿਰ ਊਚੋ ਕਰ ਨੈਣ ਪਸਾਰੇ, ਦੇਖ ਮੱਕੇ ਕੇਰ ਮੁਨਾਰੇ। ਜਦੋਂ ਫਿਰ ਸਿਰ ਉੱਚਾ ਚੁੱਕਿਆ ਤੇ ਸਾਹਮਣੇ ਕੀ ਵੇਖਿਆ? ਸਾਹਮਣੇ ਉੱਚੇ ਉੱਚੇ ਮੁਨਾਰ ਬਣੇ ਹੋਏ ਨੇ, ਜਿਵੇਂ ਕੋਈ ਮਸਜਿਦ ਹੋਵੇ, ਕੋਈ ਮੁਸਲਮਾਨਾਂ ਦਾ ਕੋਈ ਧਰਮ ਸਥਾਨ ਹੋਵੇ। ਹਾਂਜੀ। ਬੂਝਤ ਪਾਏ ਕੌਣ ਸਥਾਨਾ, ਪਿਖਿਆਤ ਤੌਲਰ ਸੁੰਦਰ ਨਾਨਾ। ਅਸਲ ਵਿੱਚ ਉਹ ਮੱਕੇ ਦੇ ਹੀ ਮਨਾਰ ਸਨ। ਭਾਈ ਮਰਦਾਨਾ ਪੁੱਛਦਾ ਵੀ ਬਾਬਾ ਬੂਝਤ ਭਾ ਇਹ ਕੌਣ ਸਥਾਨਾ, ਪਿਖ ਅਤ ਧੌਲਰ ਸੁੰਦਰ ਨਾਨਾ। ਇਹ ਉੱਚੇ ਉੱਚੇ ਜਿਹੜੇ ਧੌਲਰ ਨੇ, ਬੰਦਰ ਨੇ, ਇਹ ਉੱਚੀਆਂ ਉੱਚੀਆਂ ਜਿਹੜੀਆਂ ਇਮਾਰਤਾਂ ਨੇ, ਇਹ ਕਿੱਥੋਂ ਦੀਆਂ ਨੇ? ਕੌਣ ਹੈ ਇੱਥੇ? ਹਾਂਜੀ। ਕਮਲ ਬਦਨ ਸੋਣ ਕਰ ਤੇ ਬੈਨਾ, ਬੇਗਸਤ ਬੋਲੇ ਸ੍ਰੀ ਗੁਰ ਐਨਾ। ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਸੁਣਿਆ ਤੇ ਫਿਰ ਮੁਸਕਰਾ ਕੇ ਕਿਹਾ, ਮਰਦਾਨਿਆ ਇਹ ਉਹੀ ਹੈ ਜਿਹਦੇ ਵੇਖਣ ਲਈ ਤੂੰ ਜਿੱਦ ਕਰਦਾ ਸੀ, ਸੰਕਲਪ ਕਰਦਾ ਸੀ, ਫੁਰਨਾ ਧਰਦਾ ਸੀ, ਬਾਰ-ਬਾਰ ਕਹਿੰਦਾ ਸੀ ਵੀ ਮੈਂ ਮੱਕੇ ਮਦੀਨੇ ਜਾਣਾ ਹੈ। ਹਾਂਜੀ। ਮੱਕਾ ਆਵਾ ਜਾਰਤ ਤੇਰੀ, ਚਹਿਤ ਜੋ ਮਨ ਉਠ ਲੀ ਜਹੇਰੀ। ਸਤਿਗੁਰੂ ਕਹਿਣ ਲੱਗੇ ਇਹੀ ਮੱਕਾ ਹੈ, ਇਹਦੀ ਹੀ ਤੂੰ ਯਾਤਰਾ ਕਰਨੀ ਚਾਹੁੰਦਾ ਸੀ। ਉੱਠ, ਚਾਹਤ ਜੋ ਮਨ ਉਠ ਲੀਜੇ ਹੇਰੀ। ਸਤਿਗੁਰੂ ਕਹਿਣ ਲੱਗੇ ਉੱਠ ਭਾਈ, ਵੇਖ ਲੈ ਇਹੀ ਮੱਕਾ ਹੈ, ਇਹੀ ਉਹ ਇਸਲਾਮ ਦਾ ਜਿਹੜਾ ਸਭ ਤੋਂ ਉੱਚਾ ਵੱਡਾ ਧਰਮ ਸਥਾਨ ਹੈ, ਇਹ ਉਹੀ ਹੈ। ਹਾਂਜੀ। ਹਰ ਖਾ ਸੁਣ ਕਰ ਭਾ ਮਨ ਭਾਵਾ, ਹਿਤ ਦੇਖਣ ਕੇ ਚਿਤ ਲਲਚਾਵਾ। ਭਾਈ ਮਰਦਾਨਾ ਬੜਾ ਖੁਸ਼ ਹੋਇਆ, ਪ੍ਰਸੰਨ ਹੋਇਆ, ਮਨ ਵਿੱਚ ਖੁਸ਼ੀ ਹੈ, ਲਾਲਸਾ ਹੈ ਕਿ ਹੁਣ ਤੇ ਮੈਂ ਆ ਗਿਆ, ਹੁਣ ਮੈਂ ਇਸ ਮੱਕੇ ਦੇ ਕਾਬੇ ਦੇ ਦੀਦਾਰ ਕਰਾਂਗਾ। ਅੱਜ ਸਮਾਂ ਸਮਾਪਤ ਹੈ, ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਕੱਲ 2 ਗੁਰਪੁਰਬ ਵੀ ਨੇ, 7ਵੇਂ ਪਾਤਸ਼ਾਹ ਦਾ ਜੋਤੀ ਜੋਤ ਸਮਾਉਣ ਦਾ, 8ਵੇਂ ਪਾਤਸ਼ਾਹ ਦਾ ਗੁਰਤਾ ਗੱਦੀ ਦਾ। ਸੋ ਕੋਸ਼ਿਸ਼ ਕਰਾਂਗੇ ਵਿੱਚੋਂ ਕਿ ਅੱਧਾ ਕੁ ਸਮਾਂ ਆਪਾਂ ਲੜੀਵਾਰ ਕਥਾ ਨਾਲ ਜੁੜੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।